ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਨਰਿੰਦਰ ਸਿੰਘ। ਅੱਜ ਇੱਕ ਐਸੇ ਮੁੱਦੇ 'ਤੇ ਅਸੀਂ ਗੱਲ ਕਰਨ ਆਏ ਹਾਂ ਜਿਹੜਾ ਤੁਹਾਨੂੰ ਇੱਕਦਮ ਹੈਰਾਨ ਕਰ ਦੂਗਾ। ਦੁਨੀਆ ਭਰ 'ਚ ਲੋਕ ਜਵਾਨ ਹੋਣ ਲਈ ਤਰ੍ਹਾਂ ਦੇ ਓਟ-ਪੋਟ ਕਰਦੇ ਨੇ, ਪਰ ਇੱਕ ਪੰਜਾਬ ਸੂਬਾ ਹੈ ਜਿੱਥੇ ਇੱਥੇ ਕੁਝ ਸਾਲ ਪਹਿਲਾਂ ਹੀ ਲੋਕਾਂ ਨੂੰ ਬੁੜੇ ਹੋਣ ਦਾ ਚਾਅ ਚੜ੍ਹ ਗਿਆ ਸੀ। ਅਤੇ ਹੁਣ ਜਿਹੜੀ ਉਹਦੀ ਜਾਂਚ ਕੀਤੀ ਗਈ ਹੈ ਤਾਂ ਪਤਾ ਲੱਗਿਆ ਵੀ 70,000 ਬੰਦਿਆਂ ਨੂੰ ਚਾਅ ਚੜ੍ਹਿਆ ਸੀ ਬੁੱਢੇ ਹੋਣ ਦਾ। ਅਤੇ ਇਸ ਸਾਰੇ ਦੇ ਚਾਨਣਾ ਪਾਉਣ ਲਈ ਸਾਡੇ ਨਾਲ ਅੱਜ ਮੌਜੂਦ ਨੇ, ਕਿਸੇ ਤਾਰੀਫ ਦੇ ਮੁਹਤਾਜ ਨਹੀਂ, ਮੇਰੀ ਮੁਰਾਦ ਜਨਾਬ ਚਰਨਜੀਤ ਭੁੱਲਰ ਜੀ ਤੋਂ। ਚਰਨ ਜੀ, ਥੋੜ੍ਹਾ ਸਵਾਗਤ ਹੈ। ਬੜੀ ਮਿਹਰਬਾਨੀ। ਅਤੇ ਮੈਨੂੰ ਇਹ ਦੱਸਿਓ ਵੀ ਇਹ ਸਾਰਾ ਵਰਤਾਰਾ ਕੀ ਸੀਗਾ, ਕਿਉਂ ਚਾਅ ਚੜ੍ਹ ਗਿਆ ਵੀ ਲੋਕ ਬੁੱਢੇ ਹੋਣ ਤੁਰ ਪਏ? ਨਰਿੰਦਰ, ਮੈਂ ਆਪਣੀ ਗੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੁਣਾਈ ਇੱਕ ਗੱਲ ਨਾਲ ਸ਼ੁਰੂ ਕਰਨੀ ਚਾਹਾਂਗਾ। ਜਦੋਂ ਵੱਡੇ ਬਾਦਲ ਮੁੱਖ ਮੰਤਰੀ ਸਨ ਤਾਂ ਉਹ ਅਕਸਰ ਸਟੇਜਾਂ ਤੋਂ ਜਦੋਂ ਗੱਲ ਚੱਲਦੀ ਸੀ ਬੁਢਾਪਾ ਪੈਨਸ਼ਨ ਦੀ, ਤਾਂ ਉਹ ਹਾਸੇ ਦੇ ਵਿੱਚ ਇੱਕ ਗੱਲ ਕਹਿੰਦੇ ਸਨ ਕਿ ਜਦੋਂ ਮੈਂ ਬੁਢਾਪਾ ਪੈਨਸ਼ਨ ਦੀਆਂ ਫਾਈਲਾਂ ਦੇਖਦਾ ਤਾਂ ਮੈਨੂੰ ਇੰਝ ਲੱਗਦਾ ਕਿ ਜਿਵੇਂ ਸਾਰਾ ਪੰਜਾਬ ਹੀ ਬੁੱਢਾ ਹੋ ਗਿਆ ਹੋਵੇ। ਅਤੇ ਉਹ ਗੱਲ ਤਾਂ ਇਹ ਹਾਸੇ 'ਚ ਕਹਿੰਦੇ ਸਨ, ਪਰ ਉਹ ਹਾਸਾ ਜਿਹੜਾ ਉਹ ਸੱਚ ਸੀ, ਜਿਹੜਾ ਹੁਣ ਨਵੀਂ ਸਰਕਾਰ ਨੇ ਪੜਤਾਲ ਦੇ ਵਿੱਚ ਉਸ ਨੂੰ ਉਜਾਗਰ ਕੀਤਾ ਹੈ ਕਿ ਕਿਵੇਂ ਸਾਡੇ ਜ਼ਬਾਨ ਹੈ, ਜਿਹੜੇ ਸਾਡੇ ਨੌਜਵਾਨ ਹੈ, ਜਿਹੜੇ ਉਹ ਬੁੱਢੇ ਬਣਨ ਤੁਰੇ ਸੀ, ਅਤੇ ਜਿਹੜੇ ਸਾਡੇ ਲੋੜਵੰਦ ਬਜ਼ੁਰਗ ਨੇ ਅਸਲੀ, ਉਹ ਫਰਿਆਦੀ ਬਣੇ ਹੋਏ ਨੇ। ਇੱਕ ਤਾਂ ਇਹ ਹੈ ਨਰਿੰਦਰ ਕਿ ਜਦੋਂ ਵੀ ਕਿਸੇ ਵੀ ਸਟੇਟ ਨੂੰ, ਕਿਸੇ ਵੀ ਮੁਲਕ ਦੀ, ਅਸੀਂ ਕਿਸੇ ਲੋਕ ਰਾਜੀ ਸਿਸਟਮ ਨੂੰ, ਸਰਕਾਰਾਂ ਦਾ, ਉਸ ਦੀ ਸਫਲਤਾ ਨੂੰ ਨਾਪਣਾ ਹੋਵੇ ਤਾਂ ਅਸੀਂ ਦੇਖਦੇ ਹਾਂ ਕਿ ਉਹ ਸਟੇਟ, ਉਹ ਗੌਰਮੈਂਟ ਆਪਣੇ ਜਿਹੜੇ ਵਾਸੀ ਨੇ ਉਹਨਾਂ ਦੀਆਂ ਬੇਸਿਕ ਨੀਡਸ ਕਿੰਨੀਆਂ ਕੁ ਪੂਰੀਆਂ ਕਰਦੀ ਹੈ। ਸੈਕਿੰਡ ਹੈ ਕਿ ਉਹਨਾਂ ਦੀ ਜਿਹੜੀ ਵੈਲਫੇਅਰ ਸਕੀਮਸ ਹੈ ਉਹ ਸਰਕਾਰ ਕਿੰਨੀਆਂ ਕੁ ਇੰਪਲੀਮੈਂਟ ਕਰਦੀ ਹੈ, ਅਤੇ ਉਹ ਕਿੰਨੀ ਕੁ ਉਹਨਾਂ ਪ੍ਰਤੀ ਜਿਹੜੀ ਹੈਗੀ ਹੈ ਸਿੰਸੀਅਰ ਹੈ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ। ਤਾਂ ਇਹ ਵਰਤਾਰਾ ਤਾਂ ਲੋਕਾਂ ਨੂੰ ਲੱਗਦਾ ਹੋਵੇਗਾ, ਸਾਡੇ ਦਰਸ਼ਕ ਵੀ ਭਲੀ ਭਾਂਤ ਜਾਣੂ ਨੇ ਕਿ ਇਹ ਪੁਰਾਣੀ ਗੱਲ ਹੈਗੀ ਹੈ। ਇਹ ਲੋਕਾਂ ਨੂੰ ਹੁਣ ਅਚੰਭਾ ਲੱਗਿਆ ਕਿ ਸਰਕਾਰ ਨੇ ਕਿਹਾ ਕਿ 70,000 ਬਜ਼ੁਰਗ ਹੈ, ਨੌਜਵਾਨ ਹੈ ਜਿਹੜੇ ਉਹ ਬੁੱਢੇ ਬਣ ਕੇ ਜਾਂ ਵੱਧ ਜ਼ਮੀਨਾਂ ਵਾਲੇ ਜਿਹੜੇ ਹੈਗੇ ਨੇ ਉਹ ਪੈਨਸ਼ਨ ਲੈ ਰਹੇ ਸੀ। ਇਹ ਤਾਂ ਬੜੀ ਪੁਰਾਣੀ ਗੱਲ ਹੈਗੀ ਹੈ, ਕੋਈ ਅੱਜ ਦੀ ਨਹੀਂ ਚੱਲ ਰਹੀ। ਆਟਾ ਦਾਲ ਸਕੀਮ ਦੇ ਵਿੱਚ ਵੀ ਇੱਦਾਂ ਹੁੰਦਾ ਕਿ ਜਿਹੜੇ ਲੋੜਵੰਦ ਹੈ ਉਹ ਰਹਿ ਜਾਂਦੇ ਨੇ, ਜਿਹੜੇ ਇਨਐਲੀਜੀਬਲ ਹੁੰਦੇ ਨੇ ਉਹ ਉਸ ਦਾ ਬੈਨੀਫਿਟ ਲੈ ਜਾਂਦੇ ਨੇ। ਇਸ ਤਰ੍ਹਾਂ ਵੀ ਇਸੇ ਸਕੀਮ ਦੇ ਵਿੱਚ ਵੀ ਇੱਦਾਂ ਹੋਇਆ ਕਿ 70,000 ਜਿਹੜੀ ਇਹ ਜਾਂਚ ਹੈ, ਜਦੋਂ ਨਵੀਂ ਗੌਰਮੈਂਟ ਬਣੀ ਸੀਗੀ 2017 ਦੇ ਵਿੱਚ, ਤਾਂ ਇਹ ਜਾਂਚ ਮਾਰਕ ਹੋਈ ਸੀ ਅਤੇ 6-7 ਮਹੀਨਿਆਂ 'ਚ ਡਿਪਟੀ ਕਮਿਸ਼ਨਰ ਦੇ ਥਰੂ ਇਸ ਨੂੰ ਕੰਪਲੀਟ ਕਰ ਲਿਆ ਸੀ। ਪਰ ਸਰਕਾਰ ਨੇ 3 ਸਾਲ ਇੱਦਾਂ ਹੀ ਕੱਢ ਦਿੱਤੇ। ਹੁਣ 162 ਕਰੋੜ ਰੁਪਈਆ ਇੱਕ ਬਿੱਗ ਅਮਾਊਂਟ ਹੁੰਦੀ ਹੈ, ਖਾਸ ਕਰਕੇ ਉਸ ਮੌਕੇ ਜਦੋਂ ਸਟੇਟ ਪੂਰੀ ਤਰ੍ਹਾਂ ਫਾਈਨੈਂਸ਼ੀਅਲੀ ਡੁੱਬੀ ਵੀ ਹੋਵੇ। ਤਾਂ ਮੈਂ ਪੂਰੀ ਤਸੱਲੀ ਨਾਲ ਇਹ ਗੱਲ ਕਹਿ ਸਕਦਾ ਕਿ ਇਸ ਦਾ ਕੁਝ ਨਹੀਂ ਬਣਨਾ। ਇਸ ਤੋਂ ਪਹਿਲਾਂ ਇੱਕ ਜਾਂਚ ਹੋਈ ਸੀ 2014 ਦੇ ਵਿੱਚ, ਉਦੋਂ ਜਾਂਚ ਦੇ ਵਿੱਚ 2.25 ਲੱਖ ਬੰਦੇ ਇਨਐਲੀਜੀਬਲ ਆਏ ਸੀਗੇ, ਅਤੇ 2.25 ਲੱਖ ਦੇ ਵਿੱਚ ਜਦੋਂ ਵੱਡੀ ਫਿਗਰ ਦੇਖੀ ਤਾਂ ਲੱਗਿਆ ਕਿ ਸਿਆਸੀ ਤੌਰ 'ਤੇ ਤਾਂ ਬੜਾ ਹੀ ਲੋਸ ਹੋ ਜਾਏਗਾ ਇਸ ਨਾਲ। ਤਾਂ ਉਸ ਟਾਈਮ ਸਰਕਾਰ ਨੇ ਉਸ ਦੀ ਪੜਤਾਲ ਕਰਾਈ, ਉਸ ਦੀ ਫਿਗਰ ਘਟਾਈ ਗਈ, ਫੇਰ ਪੜਤਾਲ ਕਰਾਈ, ਫੇਰ ਫਿਗਰ ਘਟਾਈ ਗਈ। ਉਸ ਟਾਈਮ ਮੈਂ ਬਠਿੰਡਾ ਹੁੰਦਾ ਸੀ, ਮੈਂ ਦੇਖਿਆ ਕਿ ਜੇ 20,000 ਪਹਿਲੀ ਜਾਂਚ 'ਚ ਆਏ ਸੀ ਤਾਂ ਅਲਟੀਮੇਟ ਜਾਂਚ ਦੇ ਵਿੱਚ 1,000 ਬੰਦਾ ਰਹਿ ਗਿਆ ਸੀਗਾ। ਤਾਂ ਮਤਲਬ ਜੇ ਤਾਂ ਦੇਖੋ ਤੁਸੀਂ ਸਿੰਸੀਅਰ ਹੈਗੇ ਹੋ, ਪਹਿਲੀ ਗੱਲ ਤਾਂ ਲੋੜਵੰਦਾਂ ਨੂੰ ਲੱਗਣੀ ਚਾਹੀਦੀ ਹੈ। ਲੋੜਵੰਦ ਤਾਂ ਵਿਚਾਰੇ ਅੱਜ ਵੀ ਧੱਕੇ ਖਾਂਦੇ ਫਿਰਦੇ ਨੇ। ਸਰਕਾਰ ਨੇ, ਤੁਹਾਡੇ ਚੇਤੇ ਹੋਏਗਾ ਕਿ ਜਦੋਂ 2017 ਦੀਆਂ ਇਲੈਕਸ਼ਨ ਸੀ, ਉਸ ਤੋਂ ਪਹਿਲਾਂ ਇੱਦਾਂ ਦੀ ਸਕੀਮ ਇੱਕ ਤੀਰਥ ਯਾਤਰਾ ਵਾਲੀ ਸੀਗੀ, ਅਤੇ ਤੀਰਥ ਯਾਤਰਾ 'ਤੇ ਤੁਹਾਨੂੰ ਲੱਗਦਾ ਕਿ ਵੀ ਸਾਰੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਾਈ ਹੋਊਗੀ ਉਦੋਂ? ਅਤੇ ਮੈਂ ਤੁਹਾਨੂੰ ਵਿੱਚੋਂ ਟੋਕੂੰਗਾ, ਮੈਨੂੰ ਇੱਦਾਂ ਲੱਗਦਾ ਹੈ ਵੀ ਸਰਕਾਰ ਤਾਂ ਬਹੁਤ ਸਾਊ ਹੁੰਦੀ ਹੈ, ਉਹਨੂੰ ਚਲਾਉਣ ਵਾਲੇ ਸ਼ਾਤਰ ਹੁੰਦੇ ਨੇ, ਉਸ ਨੂੰ ਉਸ ਹਿਸਾਬ ਨਾਲ ਚਲਾ ਲੈਂਦੇ ਨੇ, ਸਾਰੀਆਂ ਸਕੀਮਾਂ ਬਦਲ ਦਿੰਦੇ ਨੇ। ਸਰਕਾਰ ਤਾਂ ਪੈਸੇ ਟੈਕਸ ਇਕੱਠੇ ਕਰਕੇ ਲੋਕਾਂ ਨੂੰ ਦੇ ਦਿੰਦੀ ਹੈ ਵੀ ਚਲੋ ਦਿੱਤਾ, ਪਰ ਉਹਦੇ ਚਲਾਉਣ ਵਾਲੇ ਨੇ ਉਹ ਆਪਣੀ ਗੇਮ ਖੇਡ ਜਾਂਦੇ ਨੇ। ਤਾਂ ਨਹੀਂ, ਪਰ ਨਰਿੰਦਰ ਇਹ ਹੈ ਕਿ ਨਾ, ਜਿਸ ਤਰ੍ਹਾਂ ਕਿਹਾ ਜਾਂਦਾ ਹੈ ਆਪਣਾ ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ, ਅਤੇ ਜਿਹੜੀ ਬਿਊਰੋਕਰੇਸੀ ਹੈ ਉਹ ਤਾਂ ਉਹਦੇ ਮੁਤਾਬਕ ਹੀ ਢਲ ਜਾਣਾ ਹੈ। ਜਿਸ ਤਰ੍ਹਾਂ ਦੇ ਨੇ ਉਹਨਾਂ ਨੇ ਸਰਕਾਰਾਂ ਨੂੰ ਖੁਸ਼ ਕਰਨ ਦੇ ਲਈ ਪਹਿਲਾਂ ਤਾਂ ਆਫਿਸਰ ਬਿਊਰੋਕਰੇਸੀ ਲਾਈ ਹੋ ਜਾਂਦੀ ਹੈ ਕਿ ਜਿਹੜੀ ਉਹਨਾਂ ਦੀ ਨੇੜਲੀ ਹੁੰਦੀ ਹੈ, ਉਹਨਾਂ ਦੀ ਪੂਰਤੀ ਕਰ ਸਕਦੀ ਹੁੰਦੀ ਹੈ। ਤਾਂ ਆਪਾਂ ਗੱਲ ਕਰ ਰਹੇ ਸੀ ਕਿ ਤੀਰਥ ਯਾਤਰਾ ਵਾਲੀ, ਅਤੇ ਮੈਂ ਬਹੁਤ ਸਾਰੇ ਕੇਸ ਦੇਖੇ ਕਿ ਜਿੱਥੇ 10-10 ਸਾਲ ਦੇ ਬੱਚਿਆਂ ਨੂੰ ਤੀਰਥ ਯਾਤਰਾ ਕਰਾਈ ਗਈ, ਬਹੁਤ ਸਾਰੇ ਨੌਜਵਾਨਾਂ ਨੂੰ ਤੀਰਥ ਯਾਤਰਾ ਕਰਾਈ ਗਈ। ਇੱਕ ਯਾਤਰੀ ਦਾ ਖਰਚਾ ਸਰਕਾਰ ਨੇ 5 ਤੋਂ 7,000 ਭਰਿਆ ਉਹਨਾਂ ਟਾਈਮਾਂ ਦੇ ਵਿੱਚ। ਤਾਂ ਉਹਦੇ ਵਿੱਚ ਵੀ ਇੱਦਾਂ ਹੋਇਆ ਸੀ। ਅਤੇ ਜਿਹੜੇ ਲੋੜਵੰਦ ਹੈ ਵਿਚਾਰੇ, ਅੱਜ ਆਪਾਂ ਦੇਖਦੇ ਹਾਂ ਕਿ ਤੁਸੀਂ ਦੇਖ ਲਓ ਕਿ ਪੰਜਾਬ ਦੇ ਕਿੰਨੇ 60 ਸਾਲ ਤੋਂ ਉੱਪਰ ਵਾਲੇ ਵੋਟਰ ਨੇ, ਉਹ ਵਿਚਾਰੇ ਅੱਜ ਵੀ ਰੁਲਦੇ ਫਿਰਦੇ ਨੇ, ਉਹਨਾਂ ਨੂੰ ਬੁਢਾਪਾ ਪੈਨਸ਼ਨ ਨਹੀਂ ਲੱਗੀ। ਔਰ ਜਿੰਨਾ ਇਸ ਵਰਤਾਰੇ ਦੇ ਵਿੱਚ, ਇਹਨੂੰ ਆਪਾਂ ਸੋਸ਼ਲ ਭਲਾਈ ਸਕੀਮ ਨਹੀਂ ਹੈ ਅਸਲ 'ਚ, ਇਹ ਕਸਾਈ ਸਕੀਮ ਕਹਿ ਸਕਦੇ ਹਾਂ, ਵਿਚਾਰੇ ਗਰੀਬ ਲੋਕਾਂ ਦੀ ਕਸਾਈ ਹੁੰਦੀ ਇਹਦੇ 'ਚ।
ਕਿੰਨੇ ਲੋਕ ਹੈ ਨਰਿੰਦਰ ਜਿਹੜੇ ਅੱਜ ਸੜਕਾਂ ਦੇ ਵਿਚਾਰੇ ਇੰਨੇ ਜ਼ਲੀਲ ਹੁੰਦੇ ਨੇ ਕਿ ਕਦੇ ਤਾਂ ਵਿਚਾਰੇ ਉਹ ਸਰਪੰਚਾਂ ਦੇ ਦਰਾਂ ਮੂਹਰੇ ਜਾਂਦੇ ਨੇ, ਕਦੇ ਉਹ ਲੀਡਰਾਂ ਦੇ ਦਹਲੀਜ਼ਾਂ ਤੇ ਜਾ ਕੇ ਖੜ੍ਹਦੇ ਨੇ, ਕਦੇ ਉਹ ਕਿਸੇ ਜਥੇਦਾਰ ਦੀ, ਕਦੇ ਉਹ ਚਿੱਟੀ ਪਗੜੀ ਵਾਲੇ ਦੀ ਮਿੰਨਤਦਾਰੀ ਕਰਦੇ ਨੇ। ਬਹੁਤ ਸਾਰੇ ਲੋਕ ਉਹਨਾਂ ਨੂੰ ਐਕਸਪਲੋਇਟ ਕਰਦੇ ਨੇ। ਇਹਨਾਂ ਨੂੰ ਤਾਂ ਅਸਲ 'ਚ ਸਿਆਸੀ ਧਿਰਾਂ ਨੇ ਖਾਸ ਕਰਕੇ ਬੁਢਾਪਾ ਸਕੀਮ ਦੇ ਵਿੱਚ ਜਿਹੜੇ, ਕਿਉਂਕਿ ਇੱਕ ਗਰੀਬ ਆਦਮੀ ਲਈ 750 ਰੁਪਈਆ ਜਿਹੜੀ ਪੈਨਸ਼ਨ ਹੈ ਉਹ ਕਾਫੀ ਮਾਅਨੇ ਰੱਖਦੀ ਹੈ। ਉਹਨਾਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਹੁੰਦਾ ਹੈ। ਰੈਲੀ 'ਚ ਕਿਸੇ 'ਚ ਇਕੱਠ ਕਰਨਾ ਹੋਵੇ, ਉਹਦੀ ਸ਼ੋਭਾ ਵਧਾਉਣੀ ਹੋਵੇ, ਕਿਸੇ ਜਲਸੇ ਦੀ ਸ਼ੋਭਾ ਵਧਾਉਣੀ ਹੋਵੇ, ਤਾਂ ਜਿਹੜਾ ਪਿੰਡ ਦਾ ਸਰਪੰਚ ਹੈ ਜਾਂ ਆਗੂ ਹੈ ਉਹਨਾਂ ਨੂੰ ਇਸ ਕਹਿ ਕੇ ਆਪਣੀ ਗੱਡੀ 'ਚ ਜਾਂ ਆਪਣੇ ਟਰੱਕਾਂ 'ਚ ਚੜ੍ਹਿਆ ਜਾਂਦਾ ਕਿ ਤੁਹਾਡੀ ਪੈਨਸ਼ਨ ਲਾਈ ਜਾਏਗੀ। ਤੁਹਾਡੇ ਯਾਦ ਹੋਏਗਾ ਕਿ ਜਦੋਂ 2016 'ਚ ਗੱਠਜੋੜ ਦੀ ਸਰਕਾਰ ਨੇ ਵਧਾਈ ਸੀ ਪੈਨਸ਼ਨ 250 ਤੋਂ 500 ਕੀਤੀ ਸੀਗੀ, ਤਾਂ ਸਰਕਾਰ ਨੇ ਇੱਕ ਬਹੁਤ ਵੱਡਾ ਇਸ਼ਤਿਹਾਰ ਦਿੱਤਾ ਸੀਗਾ ਕਿ ਜਿਹਦੇ ਵਿੱਚ 2 ਬਜ਼ੁਰਗ ਦਿਖਾਏ ਗਏ ਸੀ ਕਿ ਬੜੇ ਖੁਸ਼ ਨਜ਼ਰ ਆ ਰਹੇ ਨੇ। ਤਾਂ ਅਸੀਂ ਉਦੋਂ ਤਹਿਕੀਕਾਤ ਕੀਤੀ ਕਿ ਉਹਨਾਂ 'ਚ ਇੱਕ ਬਜ਼ੁਰਗ ਹੈ ਜਿਹੜਾ ਉਹ ਫਰੀਦਕੋਟ ਜ਼ਿਲ੍ਹੇ ਦਾ ਸੀਗਾ। ਤਾਂ ਉਸ ਬਜ਼ੁਰਗ ਦੇ ਵਿੱਚ ਨਰਿੰਦਰ ਜਦੋਂ ਉਹਦੇ ਨਾਲ ਗੱਲ ਕੀਤੀ ਕਿ ਤੁਹਾਡੀ ਜਿਹੜੀ ਸਕੀਮ ਵਧਾਈ ਹੈ ਤੁਹਾਡਾ ਕੀ ਹੈ ਤੇ ਰਿਐਕਸ਼ਨ ਹੈ, ਉਹ ਕਹਿੰਦਾ ਜੀ ਮੈਂ ਪਿਛਲੇ 9 ਸਾਲ ਤੋਂ ਸਰਕਾਰੀ ਦਫ਼ਤਰਾਂ ਦੇ ਵਿੱਚ ਧੱਕੇ ਖਾ ਰਿਹਾ ਕਿ ਮੇਰੀ ਪੈਨਸ਼ਨ ਲਾ ਦਿਓ, ਮੇਰੀ ਤਾਂ ਅਜੇ ਤੱਕ ਪੈਨਸ਼ਨ ਨਹੀਂ ਲੱਗੀ। ਤਾਂ ਉਹ ਇੱਕ ਸੱਚ ਸੀ, ਜਿਵੇਂ ਬਾਦਲ ਵਾਲੀ ਗੱਲ ਕਰਦੇ ਆ ਕਿ ਨਾ ਹਾਸੇ ਹਾਸੇ 'ਚ ਕਹਿੰਦਾ ਸੀਗਾ, ਤੇ ਇਹ ਵੀ ਇੱਕ ਸੱਚ ਸੀਗਾ। ਇਹਨਾਂ ਨੂੰ ਬਹੁਤ ਜਲਾਲਤ ਝੱਲਣੀ ਪੈਂਦੀ ਹੈ। ਪਹਿਲਾਂ ਤਾਂ ਕੀ ਹੁੰਦਾ ਸੀ ਨਰਿੰਦਰ, ਪਹਿਲਾਂ ਲੋਕ ਜਿਹੜੇ ਸਾਡੇ ਸਿਆਸੀ ਜਮਾਤਾਂ ਸੀ ਜਾਂ ਸਿਆਸਤਦਾਨ ਸੀ ਕਾਫੀ ਹੱਦ ਤੱਕ ਇਮਾਨਦਾਰ ਹੁੰਦੇ ਸੀ। 1978 ਦੇ ਵਿੱਚ ਜਿਹੜੀ ਬੁਢਾਪਾ ਪੈਨਸ਼ਨ ਲੱਗਦੀ ਸੀ ਜਾਂ ਵਿਡੋ ਪੈਨਸ਼ਨ ਲੱਗਦੀ ਸੀ, ਉਦੋਂ ਕੀ ਹੁੰਦਾ ਸੀ ਕਿ ਪਿੰਡ ਦਾ ਜਿਹੜਾ ਸਰਪੰਚ ਹੈ ਉਹ ਤਸਦੀਕ ਕਰਦਾ ਸੀ। ਉਸ ਤੋਂ ਬਾਅਦ ਜਿਹੜਾ ਤੁਹਾਡਾ BDPO ਹੈ ਉਹ ਉਹਨੂੰ ਤਸਦੀਕ ਕਰਦਾ ਸੀ। ਅਲਟੀਮੇਟਲੀ ਉਹ 'ਤੇ MLA ਦੇ ਸਾਈਨ ਹੁੰਦੇ ਸੀ, ਜਿਹੜਾ ਸੰਬੰਧਿਤ ਹਲਕੇ ਦਾ MLA ਹੈ, ਫਿਰ ਉਹ ਪੈਨਸ਼ਨ ਲੱਗਦੀ ਸੀ। ਅਗਰ ਹੁਣ ਤਰ੍ਹਾਂ ਦੀ ਧਾਂਦਲੀ ਮੱਚੀ ਹੁੰਦੀ ਤਾਂ ਕਦੇ ਵੀ ਨਾ ਲੱਗਦੀ। ਹੁਣ ਤਾਂ ਇੱਕ ਪਾਰਟੀ ਕਹਿੰਦੀ ਹੈ ਕਿ ਸਾਡੇ ਵਰਕਰ ਹੈ, ਦੂਜੀ ਪਾਰਟੀ ਕਹਿੰਦੀ ਹੈ ਸਾਡੇ ਵਰਕਰ ਹੈ, ਜਿਹੜਾ ਆਮ ਬੰਦਾ ਹੈ ਉਹ ਵਿਚਾਰਾ ਸੜਕਾਂ 'ਤੇ ਰਹਿ ਜਾਂਦਾ, ਉਹ ਗਲੀਆਂ 'ਚ ਉੱਦਾਂ ਹੀ ਰੁਲਦਾ ਰਹਿ ਜਾਂਦਾ ਹੈਗਾ। ਤਾਂ ਜੇ ਉਹ ਟਾਈਮ ਹੁਣ ਹੁੰਦਾ ਤਾਂ ਹੋਰ ਵੀ ਜ਼ਿਆਦਾ ਸ਼ੋਸ਼ਣ ਹੋਣਾ ਸੀਗਾ। ਪਰ ਹੁਣ ਦੇਖੋ ਇਹਨਾਂ ਕੋਲ ਪਾਵਰ ਵੀ ਨਹੀਂ ਹੁੰਦੀ, ਫਿਰ ਵੀ ਆਪਣੀ ਮਰਜ਼ੀ ਕਰਾਉਂਦੇ, ਸਿਰਫ ਕੀਤਾ ਮਹਿਜ਼ ਵੋਟਾਂ ਲਈ ਜਾਂਦਾ। ਤੇ VIP ਪੈਨਸ਼ਨਾਂ ਬਾਰੇ ਤੁਹਾਡਾ ਕੀ ਵਿਚਾਰ ਦੇ ਮਾਮਲੇ? ਮਾਤੜ ਤਾਂ ਰੋ ਹੀ ਰਿਹਾ, ਚਲੋ ਉਹਨੇ ਪਤਾ ਨਹੀਂ ਅੱਗੇ ਕਿੰਨੀ ਦੇਰ ਤੱਕ ਰੋਈ ਜਾਊਗਾ। ਤੇ VIP ਪੈਨਸ਼ਨ ਵਾਲੇ ਤਾਂ ਮੌਜ ਕਰ ਰਹੇ, ਉਹਨਾਂ ਦਾ ਲੋੜ ਵੀ ਨਹੀਂ ਹੈਗੀ, ਫਿਰ ਵੀ ਲੈ ਰਹੇ ਨੇ ਤੇ ਉਹਨੂੰ ਵੇਲੇ ਸਿਰ ਵੀ ਮਿਲ ਰਹੀ ਹੈ। ਬਿਲਕੁਲ ਨਰਿੰਦਰ, ਠੀਕ ਹੈ ਕਿ ਪਿਛਲੇ ਟਾਈਮ 'ਚੋਂ ਇਹ ਇਸ਼ੂ ਆਮ ਪਬਲਿਕ ਦੇ ਵਿੱਚ ਕਾਫੀ ਉੱਠਿਆ ਹੈਗਾ ਕਿ ਜਿਹੜੀਆਂ VIP ਲੋਕ ਹੈ, ਜਦੋਂ ਹੁਣ ਵੀ ਇਹ ਮੁੱਦਾ ਚੁੱਕਿਆ ਗਿਆ ਹੈਗਾ ਪੈਨਸ਼ਨਾਂ ਦੀ ਪੜਤਾਲ ਵਾਲਾ, ਤਾਂ ਹੁਣ ਵੀ ਬਹੁਤ ਸਾਰੇ ਲੋਕਾਂ ਦਾ ਇਹ ਰਿਐਕਸ਼ਨ ਹੈਗਾ ਕਿ ਜਿਹੜੇ VIP ਲੋਕ ਨੇ, MLA ਨੇ, ਜਿਹੜੇ ਕੋਈ 4-4 ਪੈਨਸ਼ਨਾਂ ਲੈ ਰਿਹਾ, ਕੋਈ 5-5 ਪੈਨਸ਼ਨਾਂ ਲੈ ਰਿਹਾ, ਇਹ ਵਾਪਸ ਹੋਣੀਆਂ ਚਾਹੀਦੀਆਂ। ਪਹਿਲੀ ਗੱਲ ਤਾਂ ਤੁਸੀਂ ਇਸ ਤਰ੍ਹਾਂ ਦਾ ਵੱਡਾ ਇੱਕ ਵਿਤਕਰਾ ਸਾਡੇ ਸਾਹਮਣੇ ਇਹ ਹੈ ਕਿ 1990 ਦੇ ਵਿੱਚ ਪੰਜਾਬ ਦੇ ਜਿਹੜੇ ਬਜ਼ੁਰਗਾਂ ਦੀ ਪੈਨਸ਼ਨ ਹੁੰਦੀ ਸੀ, ਬੁਢਾਪਾ ਪੈਨਸ਼ਨ, ਉਹ ਸਿਰਫ 100 ਰੁਪਇਆ ਹੁੰਦੀ ਸੀਗੀ। ਤੇ 1995 ਦੇ ਵਿੱਚ ਜਿਹੜੀ MLA ਦੀ ਪੈਨਸ਼ਨ ਹੁੰਦੀ ਸੀਗੀ ਉਹ 500 ਰੁਪਇਆ ਦਿੱਤਾ ਜਾਂਦਾ ਸੀ, ਉਹਨੂੰ ਫੈਮਿਲੀ ਪੈਨਸ਼ਨ ਦਾ ਨਾਂ ਦਿੱਤਾ ਜਾਂਦਾ ਸੀਗਾ। ਪਿਛਲੇ ਸਾਰੇ ਟਾਈਮ ਦੇ ਵਿੱਚ ਪਹਿਲਾਂ 2006 'ਚ ਪੈਨਸ਼ਨ ਵਧੀ, ਫਿਰ 2016 'ਚ ਵਧੀ, ਫਿਰ ਹੁਣ ਜੋ ਨਵੀਂ ਗਵਰਨਮੈਂਟ ਬਣੀ ਇਹਨੇ ਆ ਕੇ 750 ਰੁਪਇਆ ਕੀਤਾ। ਤਾਂ ਇਹ 'ਤੇ ਨਜ਼ਰ ਮਾਰੀਏ ਤਾਂ ਜਿਹੜੀ ਬੁਢਾਪਾ ਪੈਨਸ਼ਨ ਹੈ ਪਿਛਲੇ ਤਕਰੀਬਨ 30 ਸਾਲਾਂ 'ਚ 4.25 ਗੁਣਾ ਵਧੀ ਹੈ। ਦੂਸਰੀ ਤਰਫ ਸਾਡੇ VIP ਲੈ ਲਓ ਤੁਸੀਂ, ਜਿਹਨੂੰ ਆਪਾਂ XMLA ਕਹਿ ਦਿੰਦੇ ਹਾਂ, ਜਿਹਨਾਂ ਨੂੰ ਬੜਾ ਪੈਨਸ਼ਨ ਮਿਲਦੀ ਹੈਗੀ ਹੈ, ਉਹਨਾਂ ਦੀ ਪੈਨਸ਼ਨ ਦੇ ਵਿੱਚ 150 ਗੁਣਾ ਵਾਧਾ ਹੋਇਆ। ਇਹ ਮਾਮੂਲੀ ਵਾਧਾ ਨਹੀਂ। ਜੇ ਉਹਨਾਂ ਦੀ ਪੈਨਸ਼ਨ ਦੇ ਵਿੱਚ ਵਾਧਾ ਹੋ ਸਕਦਾ ਹੈ ਤਾਂ ਸਾਡੇ ਇਹਨਾਂ ਦੇ ਗਰੀਬ ਲੋਕਾਂ ਦੇ, ਮਾਤੜਾਂ ਦੇ, ਇਹਨਾਂ ਦੀ ਪੈਨਸ਼ਨ ਕਿਉਂ ਨਹੀਂ ਵਧੀ ਅਜੇ ਤੱਕ? ਸਾਡੇ ਦੂਜੇ ਸੂਬੇ ਕਿੰਨੀ ਵਧੀਆ ਹਾਲਤ 'ਚ ਨੇ, ਉਹ ਵਧੀਆ ਪੈਨਸ਼ਨਾਂ ਦੇ ਰਹੇ। ਹੁਣ ਸਾਡੇ ਇੱਥੇ ਦੇਖ ਲਓ ਤੁਸੀਂ, ਜਿਹੜੇ ਹੈਗੇ ਨੇ ਕਿੰਨੇ ਸਾਡੇ MP ਨੇ, ਸੌਰੀ ਗੁਸਤਾਖੀ ਮਾਫ, 181 MP ਨੇ ਸਾਡੇ ਇਸ ਵੇਲੇ ਲੋਕ ਸਭਾ ਦੇ 17ਵੀਂ ਦੇ ਵਿੱਚ, ਜਿਨ੍ਹਾਂ ਨੂੰ ਜਦੋਂ ਰਿਟਾਇਰ ਹੋਏ ਡਬਲ ਪੈਨਸ਼ਨ ਮਿਲਣੀ ਹੈਗੀ ਹੈ। 268 ਸਾਡੇ MLA ਨੇ, XMLA ਨੇ, ਜਿਹੜੇ ਇਸ ਵੇਲੇ ਪੈਨਸ਼ਨ ਲੈ ਰਹੇ ਨੇ। ਹੁਣ ਜਿਸ ਤਰ੍ਹਾਂ ਵੱਡੇ ਬਾਦਲ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਉਹ 5.25 ਲੱਖ ਰੁਪਇਆ ਪੈਨਸ਼ਨ ਲੈ ਰਹੇ ਆ, ਇਹ ਗੱਲ ਬਿਲਕੁਲ ਝੂਠ ਹੈ। ਉਹ ਨਹੀਂ ਲੈ ਰਹੇ ਪੈਨਸ਼ਨ, ਪਰ ਜਦੋਂ ਉਹ ਰਿਟਾਇਰ ਹੋਣਗੇ, ਜਦੋਂ MLA ਨਹੀਂ ਰਹਿਣਗੇ, ਉਦੋਂ ਉਹਨਾਂ ਨੂੰ 5.25 ਲੱਖ ਰੁਪਇਆ ਪੈਨਸ਼ਨ ਮਿਲੇਗੀ। ਇਸ ਵੇਲੇ ਤਾਂ ਹੁਣ ਸਾਡੇ ਜਿਹੜੀ ਹੈਗੇ ਨੇ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਨੇ, ਤੇ ਲਾਲ ਸਿੰਘ ਨੇ ਚੇਅਰਮੈਨ ਮੰਡੀ ਬੋਰਡ ਦੇ, ਇਹਨਾਂ ਨੂੰ 3.25 ਲੱਖ ਰੁਪਇਆ ਮਹੀਨਾ ਪੈਨਸ਼ਨ ਮਿਲਦੀ ਹੈ। ਵਾਰੀ MLA ਬਣ ਜਾਂਦਾ ਹੈ ਉਹਦੀ 75,000 ਰੁਪਇਆ ਪੈਨਸ਼ਨ ਪੱਕੀ ਹੋ ਜਾਂਦੀ ਹੈ। ਤਾਂ ਫਿਰ ਹਰ ਟਰਮ 'ਚ ਜਿੰਨੇ ਵਾਰੀ ਉਹ MLA ਬਣੇਗਾ ਉਹ 'ਚ 50,000 ਰੁਪਇਆ ਜਿਹੜਾ ਐਡ ਹੋ ਹੀ ਜਾਂਦਾ ਹੈਗਾ। ਤੇ ਪਿੱਛੇ ਤਾਂ ਇੱਕ ਮੂਵ ਚਲਾਈ ਸੀ ਸਾਡੇ ਸਟੇਟਾਂ ਦੇ ਗਵਰਨਰਾਂ ਨੇ, ਗਵਰਨਰਾਂ ਨੂੰ ਇਹ ਸੀਗਾ ਕਿ ਵੀ ਜਦੋਂ ਬਾਕੀ ਲੈ ਰਹੇ ਨੇ, ਮੇਲਾ ਲੁੱਟ ਰਹੇ ਨੇ, ਤਾਂ ਅਸੀਂ ਪਿੱਛੇ ਕਿਉਂ ਰਹੀਏ। ਤਾਂ ਇਸ ਵੇਲੇ ਤਕਰੀਬਨ ਇੰਡੀਆ ਦੇ ਵਿੱਚ 70 ਐਕਸ ਗਵਰਨਰ ਹੈਗੇ ਨੇ,
ਤਾਂ 2012 ਦੇ ਵਿੱਚ ਯੂਪੀਏ ਦੀ ਸਰਕਾਰ ਸੀ ਤਾਂ ਉਹਨਾਂ ਨੇ ਇਹ ਫੈਸਲਾ ਕੀਤਾ ਸੀ ਕਿ ਵੀ ਇਹਨਾਂ ਨੂੰ ਵੀ ਪੈਨਸ਼ਨ ਲਾਈ ਜਾਵੇ ਜਾਂ ਇਹਨਾਂ ਨੂੰ ਕੁਝ ਹੋਰ ਸਹੂਲਤ ਦਿੱਤੀ ਜਾਵੇ। ਪਰ ਪੈਨਸ਼ਨ ਵਾਲੀ ਗੱਲ ਤਾਂ ਨਰਿੰਦਰ ਉਸ ਟਾਈਮ ਸਿਰੇ ਨਹੀਂ ਚੜ੍ਹ ਸਕੀ ਸੀਗੀ। ਪਰ ਉਦੋਂ ਹੋਇਆ ਕੀ, ਇਹਨਾਂ ਨੂੰ ਹੋਰ ਇੱਕ 2014 'ਚ ਜਾ ਕੇ ਬਿੱਲ ਪਾਸ ਹੋ ਗਿਆ ਸੀਗਾ, ਇਹਨਾਂ ਨੂੰ ਇੱਕ ਬੈਨੀਫਿਟ ਦਿੱਤਾ ਸੀ ਕਿ ਜਿਹੜਾ ਵੀ ਸਾਬਕਾ ਗਵਰਨਰ ਜਾਂ ਰਾਜਪਾਲ ਹੋਏਗਾ ਕਿਸੇ ਵੀ ਸੂਬੇ ਦਾ, ਉਸ ਨੂੰ ਦਿੱਤਾ ਜਾਏਗਾ ਆਪਣਾ ਤੁਹਾਡਾ ਇੱਕ ਪੀਏ ਦਿੱਤਾ ਜਾਏਗਾ ਉਮਰ ਭਰ ਲਈ। ਪੀਏ ਨਹੀਂ ਦਿੱਤਾ ਜਾਏਗਾ, ਉਹਨੂੰ ਕਰਕੇ 28,000 ਰੁਪਏ ਫਿਕਸ ਕਰ ਦਿੱਤਾ ਕਿ ਉਹਦੇ ਨਾਮ ਤੇ, ਪੀਏ ਦੇ ਨਾਮ ਤੇ, ਉਹ ਪੀਏ ਰੱਖੇ ਨਾ ਰੱਖੇ। ਪਰ ਗਵਰਨਰ ਦੀ ਉਸ ਤੋਂ ਪਹਿਲਾਂ ਇੱਕ ਮੀਟਿੰਗ ਵੀ ਹੋਈ ਸੀ ਦਿੱਲੀ ਦੇ ਵਿੱਚ, ਜਦੋਂ ਪ੍ਰਤਿਭਾ ਪਾਟਲ ਸਾਡੇ ਪ੍ਰੈਜ਼ੀਡੈਂਟ ਸੀ, ਉਦੋਂ ਮੀਟਿੰਗ ਹੋਈ ਤੇ ਗਵਰਨਰ ਨੇ ਕਿਹਾ ਕਿ ਸਾਨੂੰ ਪੈਨਸ਼ਨ ਲਾਉਣੀ ਚਾਹੀਦੀ ਹੈ। ਤਾਂ ਸੈਂਟਰ ਨੇ ਕਹਿ ਦਿੱਤਾ ਕਿ ਇੱਦਾਂ ਕਰਦੇ ਹਾਂ ਕਿ ਤੁਹਾਨੂੰ ਪੈਨਸ਼ਨ ਲਾ ਦਿੰਦੇ, ਪਰ ਜਿਹੜੇ ਸੂਬੇ ਦੇ ਵਿੱਚ ਤੁਸੀਂ ਗਵਰਨਰ ਰਹੇ ਹੋ ਉਹਦਾ ਜਿਹੜਾ ਭਾਰ ਹੈ ਪੈਨਸ਼ਨ ਦਾ ਉਹ ਚੱਕੇਗਾ। ਤਾਂ ਸਟੇਟਾਂ ਨੇ ਇਸ ਦਾ ਵਿਰੋਧ ਕੀਤਾ, ਜਿਸ ਕਰਕੇ ਗਵਰਨਰ ਵਾਲੀ ਜਿਹੜੀ ਪੈਨਸ਼ਨ ਹੈ ਉਹ ਅੱਧ ਵਿਚਾਲੀ ਰਹਿ ਗਈ ਸੀਗੀ। ਤਾਂ ਇਹ ਵੀਆਈਪੀ ਲੋਕ ਤਾਂ ਹਮੇਸ਼ਾ ਹੀ ਜਿਹੜੇ ਇਹਨਾਂ ਦਾ ਹੱਥ ਉੱਤੇ ਰਹਿੰਦਾ ਹੈਗਾ। ਤੇ ਸਾਡੇ ਕਿੰਨੇ ਕੁ ਮੈਨੂੰ ਲੱਗਦਾ 16 ਲੱਖ ਓਲਡ ਏਜ ਪੈਨਸ਼ਨਾਂ ਹੈਗੀਆਂ ਨੇ, ਬੁਢਾਪਾ ਪੈਨਸ਼ਨਾਂ ਨੇ ਜਿਹੜੇ ਲੈ ਰਹੇ ਨੇ। ਤੇ ਤਕਰੀਬਨ ਇਹਨਾਂ ਨੂੰ ਕੋਈ ਬਹੁਤੇ ਵੱਡੇ ਬਜਟ ਦੀ ਲੋੜ ਵੀ ਨਹੀਂ ਪੈਂਦੀ ਕਿ ਆਪਾਂ ਕਹੀਏ ਕਿ ਬਹੁਤ ਬਿਗ ਅਮਾਊਂਟ ਦੀ ਲੋੜ ਹੈਗੀ ਹੈ। ਫਿਰ ਇਹਦਾ ਇਹ ਹੋਇਆ ਵੀ ਸਕੀਮਾਂ ਲੋਕਾਂ ਲਈ ਬਣਾਉਂਦੇ ਆ, ਪਰ ਵਗਦੀ ਗੰਗਾ 'ਚ ਹੱਥ ਆਪਣੇ ਧੋ ਕੇ ਚਲੇ ਜਾਂਦੇ ਨੇ। ਤੇ ਜਿਹੜੀ ਇੱਕ ਪੁਲਿਸ ਸਾਹਿਬ ਹੋਇਆ ਵੀ ਜਿਹੜਾ ਸਮਾਜਿਕ ਸੁਰੱਖਿਆ ਵਿਭਾਗ ਲਾਉਂਦਾ ਪੈਨਸ਼ਨ, ਤੇ ਉਹੀ ਉਹਦੀ ਜਾਂਚ ਕਰੂਗਾ ਤੇ ਉਹੀ ਨਤੀਜਾ ਕੱਢ ਕੇ ਦਊਗਾ। ਤੁਹਾਨੂੰ ਨਹੀਂ ਲੱਗਦਾ ਵੀ ਸਮਾਜਿਕ ਸੁਰੱਖਿਆ ਵਿਭਾਗ ਦੇ ਜਿਹੜੇ ਮੁਲਾਜ਼ਮ ਇਹਦੇ 'ਚ ਸ਼ਾਮਲ ਰਹੇ ਨੇ, ਹਾਂ 'ਚ ਹਾਂ ਮਿਲਾਉਂਦੇ ਰਹੇ ਆਪਣੇ ਸਿਆਸੀ ਮਫਾਦ ਲਈ, ਕਿ ਉਹਨਾਂ ਦੀਆਂ ਪੈਨਸ਼ਨਾਂ ਲੋਕਾਂ ਤੋਂ ਕੱਟਣ ਨਾਲੋਂ, ਜਿਵੇਂ ਮਾਤੜਾਂ ਕੋਲ ਤਾਂ ਪਹਿਲਾਂ ਪੈਸੇ, ਜੇਬ 'ਚ ਪੈਸੇ ਨਹੀਂ ਹੈਗੇ, ਕਿ ਉਹਨਾਂ ਦੀਆਂ ਪੈਨਸ਼ਨਾਂ ਕੱਟਣ ਨਾਲੋਂ ਉਹ ਲੋਕਾਂ ਦੀਆਂ ਤਨਖਾਹਾਂ ਜਾਂ ਪੈਨਸ਼ਨਾਂ 'ਚ ਪੈਸੇ ਲੈ ਕੇ ਸਰਕਾਰ ਦਾ ਖਜ਼ਾਨਾ ਭਰਿਆ ਜਾਵੇ? ਇੱਕ ਤਾਂ ਇਹ ਹੈ ਨਰਿੰਦਰ, ਇਹ ਗੱਲ ਤਾਂ ਠੀਕ ਹੈ ਕਿ ਜੇ ਤੁਸੀਂ 70,000 ਪੈਨਸ਼ਨਾਂ ਨੂੰ ਇਨਐਲੀਜੀਬਲ ਕਰਾਰ ਦਿੱਤਾ ਹੈ, ਉਹੀ ਅਧਿਕਾਰੀ ਹੈ ਜਿਨ੍ਹਾਂ ਨੇ ਹੁਣ ਪੜਤਾਲ ਕੀਤੀ ਹੈਗੀ ਹੈ, ਤਾਂ ਉਹਨਾਂ ਦੀ ਵੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਪਰ ਸਾਡੇ ਜਿਹੜੇ ਵਜ਼ੀਰ ਨੇ ਮਹਿਕਮੇ ਦੇ, ਅਰੁਣਾ ਚੌਧਰੀ, ਉਹ ਇਸ ਗੱਲ ਤੋਂ ਥੋੜ੍ਹਾ ਜਿਹਾ ਟਾਲਾ ਵੱਟ ਰਹੇ ਨੇ। ਉਹ ਕਹਿੰਦੇ ਜੀ ਕਿ ਪਹਿਲਾਂ ਅਸੀਂ ਇਸ ਦੀ ਰਿਕਵਰੀ ਕਰਾਂਗੇ ਬਜ਼ੁਰਗਾਂ ਤੋਂ ਜਿਹੜੇ ਲਾਏ ਆ ਇਨਐਲੀਜੀਬਲ ਹੈਗੇ ਨੇ, ਅਯੋਗ ਲਾਭਪਾਤਰੀ ਨੇ, ਉਸ ਤੋਂ ਬਾਅਦ ਇਹਦੇ ਬਾਰੇ ਸੋਚਿਆ ਜਾਊਗਾ। ਪਰ ਉਹ ਵੀ ਬਰਾਬਰ ਦੇ ਜ਼ਿੰਮੇਵਾਰ ਨੇ। ਮੈਂ ਤੁਹਾਨੂੰ ਇੱਥੇ ਇੱਕ ਘਟਨਾ ਚੇਤੇ ਮੇਰੇ ਆਈ ਹੈਗੀ ਹੈ। ਫੂਲ ਟਾਊਨ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ। ਉੱਥੇ ਪਹਿਲਾਂ ਕੀ ਸਰਕਾਰ ਕਰਦੀ ਹੁੰਦੀ, 97 ਵੇਲੇ ਦੀਆਂ ਗੱਲਾਂ ਹੈਗੀਆਂ ਨੇ, ਕਿ ਸਰਕਾਰ ਕੈਂਪ ਲਾਉਂਦੀ ਹੁੰਦੀ ਸੀ ਪਿੰਡਾਂ ਦੇ ਵਿੱਚ ਕਿ ਆਓ ਭਾਈ ਤੁਹਾਨੂੰ ਪੈਨਸ਼ਨਾਂ ਲਾਈਏ। ਤਾਂ ਉੱਥੇ ਜਦੋਂ ਕੈਂਪ ਲੱਗਿਆ ਹੋਇਆ ਸੀ ਤਾਂ ਉਹਦੇ ਵਿੱਚ 2 ਕਤਾਰਾਂ ਬਣਾਈਆਂ ਕਿ ਇੱਕ ਪਾਸੇ ਜਿਹੜੀਆਂ ਵਿਡੋ ਔਰਤਾਂ ਖੜਨਗੀਆਂ, ਦੂਸਰੇ ਪਾਸੇ ਜਿਹੜੇ ਬਜ਼ੁਰਗ ਹੈ ਓਲਡ ਏਜ ਪੈਨਸ਼ਨ ਉਹ ਖੜਨਗੇ। ਤਾਂ ਦਿਲਚਸਪ ਗੱਲ ਇਹ ਆਈ ਸਾਹਮਣੇ ਕਿ ਇੱਕ ਲਾਈਨ ਦੇ ਵਿੱਚ ਇੱਕ ਔਰਤ ਖੜੀ ਸੀ ਵਿਡੋ ਦੀ ਐਪਲੀਕੇਸ਼ਨ ਲਈ ਕਿ ਮੈਨੂੰ ਵਿਡੋ ਪੈਨਸ਼ਨ ਲਾਈ ਜਾਵੇ, ਤੇ ਦੂਜੀ ਕਤਾਰ ਦੇ ਵਿੱਚ ਉਹਦੇ ਘਰ ਵਾਲਾ ਖੜਾ ਸੀਗਾ, ਉਹ ਕਹਿੰਦਾ ਮੈਨੂੰ ਬੁਢਾਪਾ ਪੈਨਸ਼ਨ ਲਾਈ ਜਾਵੇ। ਤੇ ਉਹ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਕੋਈ ਜਿੱਦ ਬਹਿਸ ਹੁੰਦੀ ਹੈ, ਇਸ ਤਰ੍ਹਾਂ ਕਿਸੇ ਨੇ ਕੰਪਲੇਂਟ ਕਰ ਦਿੱਤੀ ਕਿ ਭਾਈ ਇਹ ਤਾਂ ਬੜੀ ਮਾੜੀ ਗੱਲ ਹੈ। ਤੇ ਜਿਹੜਾ ਉਸ ਜ਼ਿਲ੍ਹੇ ਦਾ DSSO ਸੀ ਉਸ ਟਾਈਮ ਦਾ, ਉਹ ਆਇਆ ਤੇ ਉਹਨੇ ਮਾਈ ਨੂੰ ਆ ਕੇ ਕਿਹਾ ਕਿ ਮਾਈ ਤੈਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਹੈ, ਤੂੰ ਸਿਆਣੀ ਬਿਆਣੀ ਹੈਗੀ ਹੈ ਕਿ ਤੇਰੇ ਤਾਂ ਘਰ ਵਾਲਾ ਤਾਂ ਜਿਉਂਦਾ ਜਾਗਦਾ ਹੈ ਤੇ ਤੂੰ ਕਹਿ ਰਹੀ ਹੈ ਕਿ ਮੈਂ ਵਿਡੋ ਹਾਂ। ਤਾਂ ਉਹ ਕਹਿੰਦੀ ਵੀ ਸਾਹਿਬ ਗੱਲ ਇਹ ਹੈ ਕਿ ਪਿਛਲੇ 5-6 ਸਾਲਾਂ ਤੋਂ ਅਸੀਂ ਤਾਂ ਬੋਲੇ ਤੱਕ ਨਹੀਂ, ਤੁਹਾਡੇ ਲਈ ਇਹ ਜਿਉਂਦਾ ਹੋਊਗਾ, ਮੇਰੇ ਲਈ ਤਾਂ ਮਰਿਆ ਹੈ। ਤਾਂ ਉਹਦੀ ਇੱਕ ਨਾਲ ਦੀ ਨਾਲ ਕੋਈ ਜਥੇਦਾਰ ਆਇਆ, ਉਹ ਕਹਿੰਦਾ ਕਿਉਂ ਕਮਲ ਕੁੱਟਦੇ ਹੋ ਸਾਹਿਬ ਜੀ, ਉਹਨੂੰ ਪਾਸੇ ਲੈ ਆ, ਤੇ ਉਹ ਬੰਦਾ ਖਿਸ ਗਿਆ। ਹੁਣ ਬਾਅਦ 'ਚ ਪਤਾ ਨਹੀਂ ਕਿ ਉਹ ਦੋਨਾਂ ਦੀ ਪੈਨਸ਼ਨ ਲੱਗੀ ਜਾਂ ਨਾ ਲੱਗੀ। ਤਾਂ ਇਹ ਜਿਹੜੇ ਮਿਲ ਮਿਲਾਕ ਹੀ ਚੱਲਦਾ ਹੈ, ਇਹ ਇੱਕ ਨੈਕਸਸ ਬਣਿਆ ਹੈ ਕਿ ਉਹੀ ਅਧਿਕਾਰੀ ਹੁੰਦੇ ਨੇ, ਉਹੀ ਸਰਕਾਰ ਦੇ ਆਰਡਰ ਮੰਨਦੇ ਨੇ। ਤੇ ਜਦੋਂ ਉਦੋਂ ਦੇਖਦੇ ਨੇ, ਹੁਣ ਇੱਕ ਪਟਵਾਰੀ ਹੈ, ਉਹਨੂੰ ਸਾਰਾ ਪਤਾ ਹੁੰਦਾ ਹੈ ਕਿ ਇਹਦੇ ਕੋਲ ਕਿੰਨੀ ਜ਼ਮੀਨ ਹੈ, ਇਹਦੇ ਬਾਵਜੂਦ ਵੀ ਉਹ ਪੈਨਸ਼ਨਾਂ ਲੱਗ ਜਾਂਦੀਆਂ ਨੇ। ਇੱਕ ਤੁਹਾਡੇ ਮੈਂ ਦੱਸਾਂ, ਮਹਿਰਾਜ ਪਿੰਡ ਹੈ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ। ਉੱਥੇ ਇੱਕ 42 ਸਾਲ ਦੇ ਬੰਦੇ ਨੂੰ ਪੈਨਸ਼ਨ ਲਾਈ ਗਈ, ਤੇ ਬਾਦਲ ਪਿੰਡ ਦੇ ਵਿੱਚ ਖੁਦ ਉਸੇ ਸਰਪੰਚ ਨੇ ਤਾਂ ਕਮਾਲ ਹੀ ਕਰ ਦਿੱਤੀ ਪੁਰਾਣੇ ਨੇ, ਉਹਨੇ ਤਾਂ ਮਰੇ ਬੰਦਿਆਂ ਦੀਆਂ ਪੈਨਸ਼ਨਾਂ ਲਾਤੀਆਂ ਸੀ। ਤਾਂ ਮੁੜ ਕੇ ਰੌਲਾ ਪੈ ਗਿਆ, ਬਹੁਤ ਸਾਰੇ ਨੌਜਵਾਨਾਂ ਦੀਆਂ ਪੈਨਸ਼ਨਾਂ ਲਾਤੀਆਂ। ਉਹ ਨੌਜਵਾਨਾਂ ਨੂੰ ਤਾਂ ਲੱਗਿਆ ਕਿ ਵੀ ਇਹ ਬੁੱਢੇ ਬਣਨਾ ਜਿਹੜਾ ਮਹਿੰਗਾ ਪੈ ਰਿਹਾ ਸਾਨੂੰ, ਉਹ ਤਾਂ ਆਪਣੇ ਪੈਸੇ ਜਿਹੜੇ ਵਾਪਸ ਨਾਲ ਦੀ ਨਾਲ ਜਮ੍ਹਾਂ ਕਰਾ ਆਏ। ਤੇ ਮੁੜ ਕੇ ਉਹ ਸਰਪੰਚ ਨੂੰ ਜਿਹੜੀ ਉਹਦੀ ਸਸਪੈਂਡ ਕੀਤਾ ਮਹਿਕਮੇ ਨੇ। ਤੇ ਹੁਣ ਮਰੇ ਹੋਏ ਕਿਵੇਂ ਕਹਿਣਗੇ ਵੀ ਸਾਡੇ ਪੈਸੇ ਵਾਪਸ ਕਰੋ ਜੀ? ਕਾਸ਼ ਜੇ ਮਰੇ ਹੋਏ ਬੋਲਦੇ ਹੁੰਦੇ ਤਾਂ ਪੰਜਾਬ ਦੇ ਕਿੰਨੇ ਹੀ ਨਰਿੰਦਰ ਬਜ਼ੁਰਗ ਨੇ ਵਿਚਾਰੇ ਜਿਹੜੇ ਪੈਨਸ਼ਨਾਂ ਉਡੀਕਦੇ ਸਰਕਾਰ ਨੇ ਕਦੇ ਟਾਈਮ ਸਿਰ ਪੈਨਸ਼ਨ ਨਹੀਂ ਦਿੱਤੀ, ਕਦੇ ਟਾਈਮ ਸਿਰ ਪੈਨਸ਼ਨ ਨਹੀਂ ਦਿੱਤੀ। ਉਹ ਵਿਚਾਰੇ ਪੈਨਸ਼ਨਾਂ ਉਡੀਕਦੇ ਇੱਥੋਂ ਜਹਾਨ ਤੋਂ ਚਲੇ ਜਾਂਦੇ, ਫੌਤ ਹੋ ਜਾਂਦੇ ਨੇ। ਤਾਂ ਬਹੁਤ ਸਾਰੇ ਇੱਦਾਂ ਦੇ ਹੈਗੇ ਨੇ, ਇਕੱਲੀ ਪੈਨਸ਼ਨ ਦੀ ਗੱਲ ਨਹੀਂ ਹੈਗੀ। ਦੂਜੀ ਪਾਸੇ ਦੇਖੀਏ ਨਰਿੰਦਰ, ਸਾਡੇ ਜਿਹੜੇ ਸਰਕਾਰੀ ਮੁਲਾਜ਼ਮ ਨੇ, ਚਾਹੇ ਉਹ ਸੈਂਟਰ ਦੇ ਨੇ ਚਾਹੇ ਸਟੇਟ ਦੇ ਨੇ, 2004 ਤੋਂ ਬਾਅਦ ਇਹਨਾਂ ਲਈ ਪੈਨਸ਼ਨ ਬੰਦ ਕਰ ਦਿੱਤੀ ਹੈ।
ਦੇਖੋ ਆਪਦੀ ਕਿਸੇ ਨੇ ਕੋਈ ਬੰਦ ਨਹੀਂ ਕੀਤੀ, ਨਾ ਕੋਈ ਭੱਤਾ ਬੰਦ ਹੋਇਆ, ਨਾ ਟੀਏ ਨਾ ਡੀਏ। ਮੈਂ ਉਹੀ ਗੱਲ ਕਰ ਰਿਹਾ ਸੀ ਨਾ ਵੀ ਸਰਕਾਰ ਤਾਂ ਸਾਊ ਰਹਿੰਦੀ ਹੈ, ਉਹਦੇ ਚਲਾਉਣ ਵਾਲੇ ਜ਼ਿਆਦਾ ਸ਼ਾਤਰ ਹੋ ਨਿਕਲੇ ਆਉਂਦੇ ਨੇ, ਆਪਣੇ ਲਈ ਕਰਦੇ ਨੇ ਕੰਮ। ਨੈਚੁਰਲੀ ਫਿਰ ਵਗਦੀ ਗੰਗਾ ਦੇ ਵਿੱਚ ਤਾਂ ਫਿਰ ਦੇਖੋ ਹਰ ਕੋਈ ਹੱਥ ਧੋਂਦਾ ਹੈਗਾ। ਤਾਂ ਸਾਡੇ ਕੋਲੇ ਮੁਲਾਜ਼ਮ ਵਿਚਾਰੇ 2004 ਤੋਂ ਬਾਅਦ ਪੈਨਸ਼ਨ ਸਕੀਮ ਹੀ ਬੰਦ ਕਰ ਦਿੱਤੀ। ਬੇਰੁਜ਼ਗਾਰ ਹੈ, ਸਰਕਾਰ ਨੇ ਕਿਹਾ ਕਿ ਅਸੀਂ 2500 ਰੁਪਈਆ ਤੁਹਾਨੂੰ ਬੇਰੁਜ਼ਗਾਰੀ ਭੱਤਾ ਦੇਵਾਂਗੇ। ਅੱਜ ਤੱਕ ਦੱਸ ਦਿਓ ਪਿਛਲੇ 3 ਸਾਲਾਂ ਦੇ ਵਿੱਚ ਕਿਸ ਨੂੰ ਮਿਲਿਆ? ਸਮਾਰਟਫੋਨ ਦੇਵਾਂਗੇ। ਇਹ ਸਾਰੇ ਲਾਰੇ ਵਾਦੇ। ਈਵਨ ਤੁਸੀਂ ਦੇਖੋ ਕਿ ਭਾਸ਼ਾ ਵਿਭਾਗ ਹੈ, ਭਾਸ਼ਾ ਵਿਭਾਗ ਵੱਲੋਂ ਸਾਡੇ ਲੇਖਕਾਂ ਨੂੰ, ਸਾਹਿਤਕਾਰਾਂ ਨੂੰ, ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪੈਨਸ਼ਨਾਂ ਲਾਈਆਂ ਜਾਂਦੀਆਂ ਨੇ। ਪਹਿਲੀ ਗੱਲ ਤਾਂ ਉਹ ਕਾਫੀ ਲੰਬੇ ਟਾਈਮ ਤੋਂ ਬੰਦ ਪਈਆਂ, ਲਾਈਆਂ ਨਹੀਂ ਜਾ ਰਹੀਆਂ। ਹੁਣ ਜਿਨ੍ਹਾਂ ਨੂੰ ਲੱਗੀਆਂ ਹੋਈਆਂ ਨੇ ਉਹ ਪੈਨਸ਼ਨਾਂ, ਉਹ ਵੀ ਲੰਗੇ ਡੰਗ ਮਿਲਦੀਆਂ ਨੇ। ਕਦੇ 6 ਮਹੀਨਿਆਂ ਦੀ ਇਕੱਠੀ ਮਿਲ ਗਈ, ਕਦੇ 3 ਮਹੀਨਿਆਂ ਦੀ ਇਕੱਠੀ ਮਿਲ ਗਈ, ਉਹ ਵੀ ਕਦੇ ਟਾਈਮਲੀ ਪੈਨਸ਼ਨ ਇਹਨਾਂ ਨੂੰ ਨਹੀਂ ਮਿਲਦੀ ਹੈਗੀ ਹੈ। ਤਾਂ ਸਰਕਾਰ ਕੀ ਕਰਦੀ ਹੈ? ਸਰਕਾਰ ਦਾ ਇੱਕ ਬੜਾ ਫੰਡਾ ਮੈਂ ਪਿਛਲੇ ਟਾਈਮ ਤੋਂ ਨੋਟ ਕਰਦਾ ਆਇਆ ਕਿ ਜਦੋਂ ਚੋਣਾਂ ਹੁੰਦੀਆਂ ਨੇ, ਕਿ ਜਿਵੇਂ ਹੁਣ 22 ਵਾਲੀਆਂ ਚੋਣਾਂ ਨੇ, ਉਹਦੇ ਨੇੜੇ ਜਾ ਕੇ 6-6 ਮਹੀਨਿਆਂ ਦਾ ਆਟਾ ਦਾਲ ਇਕੱਠਾ ਕਰ ਲੈਣਗੇ, 6 ਮਹੀਨੇ ਦੀ ਪੈਨਸ਼ਨ ਦੇਣੀ ਬੰਦ ਕਰ ਦੇਣਗੇ। ਜਦੋਂ ਚੋਣਾਂ ਵਾਲਾ ਪੀਰੀਅਡ ਹੋਊ ਨੇੜੇ ਜਾ ਕੇ, ਉਦੋਂ ਕੀ ਕਰਨਗੇ? ਉਦੋਂ ਕਹਿਣਗੇ ਕਿ ਜੀ ਤੁਹਾਨੂੰ 6 ਮਹੀਨੇ ਦੀ ਇਕੱਠੀ ਪੈਨਸ਼ਨ ਦੇਵਾਂਗੇ। ਹੁਣ ਇੱਕ ਬਜ਼ੁਰਗ ਦੇ ਹੱਥ 'ਚ ਇੱਕੋ ਟਾਈਮ 45-4600 ਰੁਪਈਆ ਆਊਗਾ ਤਾਂ ਉਹਨੂੰ ਲੱਗੂ ਕਿ ਬਿਗ ਅਮਾਊਂਟ ਹੈ, ਤਾਂ ਕਿ ਉਸ ਨੂੰ ਵੋਟਾਂ 'ਚ ਕਨਵਰਟ ਕੀਤਾ ਜਾ ਸਕੇ। ਵੋਟਾਂ ਇੱਕ ਤਰ੍ਹਾਂ ਦਾ ਸਰਕਾਰੀ ਢੰਗ ਨਾਲ ਖਰੀਦ ਲਈਆਂ ਜਾਂਦੀਆਂ ਨੇ। ਮਤਲਬ ਹਾਂ, ਇਹ ਕਹਦੀ ਕਿ ਲੀਗਲਾਈਜ਼ ਉਹਨੂੰ ਕਰ ਦਿੱਤਾ ਗਿਆ, ਕਿ ਅਸਲ 'ਚ ਹੁੰਦਾ ਹੀ ਇਹ ਹੈ। ਅੱਛਾ ਪੁਲਿਸ ਸਾਹਿਬ, ਮੈਨੂੰ ਇਹ ਦੱਸੋ ਸਾਰੇ ਮਸਲੇ ਦਾ ਹੱਲ ਕੀ ਹੈ ਵੀ ਗਰੀਬ ਦਾ ਪਾਰ ਉਤਾਰਾ ਹੋ ਜੇ? ਮਸਲੇ ਦਾ ਹੱਲ ਤਾਂ ਇਹ ਹੈ ਕਿ ਦੇਖੋ ਪਹਿਲੀ ਵੱਡੀ ਗੜਬੜ ਤਾਂ ਇਹ ਹੈਗੀ ਹੈ ਕਿ ਜਿਹੜੇ ਵਿਚਾਰੇ ਲੋੜਵੰਦ ਹੈ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ। ਪੈਨਸ਼ਨ ਮਿਲਣਾ ਤਾਂ ਦੂਰ ਦੀ ਗੱਲ, ਉਹਨਾਂ ਨੂੰ ਪੈਨਸ਼ਨ ਨਹੀਂ ਲੱਗਦੀ। ਠੀਕ ਹੈ, ਪਹਿਲੀ ਗੱਲ ਤਾਂ ਬਿਲਕੁਲ ਸਿੰਪਲ ਪ੍ਰੋਸੈਸ ਹੋਣਾ ਚਾਹੀਦਾ ਹੈ ਪੈਨਸ਼ਨਾਂ ਲਾਉਣ ਦਾ, ਕਿ ਆਨਲਾਈਨ ਹੋਵੇ। ਪਿੰਡਾਂ ਦੇ ਵਿੱਚ ਜਿਵੇਂ ਇਹਨਾਂ ਦੇ ਕਹਿੰਦੇ ਕਿ ਸੁਵਿਧਾ ਸੈਂਟਰ ਹੈ ਜਾਂ ਸੇਵਾ ਕੇਂਦਰ ਹੈ, ਉਹਦੇ ਵਿੱਚ ਫੈਸਿਲਿਟੀ ਹੋਵੇ ਕਿ ਕੋਈ ਵੀ ਸਧਾਰਨ ਬੰਦਾ ਜਾ ਕੇ ਆਪਣਾ ਆਨਲਾਈਨ ਅਪਲਾਈ ਕਰ ਸਕਦਾ ਹੋਵੇ। ਉਹਦਾ ਆਧਾਰ ਕਾਰਡ ਹੈ, ਉਹ ਤੋਂ ਉਹਦੀ ਵੈਰੀਫਾਈ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹ ਆਪਣੇ ਲੈਵਲ 'ਤੇ ਉਹਨੂੰ ਵੈਰੀਫਾਈ ਕਰਾ ਸਕਦੇ ਨੇ। ਇੱਕ ਤਾਂ ਇਹ ਤਰੀਕਾ ਹੈ ਕਿ ਉਹਨੂੰ ਲੰਬੇ ਪ੍ਰੋਸੈਸ 'ਚੋਂ ਕੱਢਿਆ ਜਾਵੇ, ਕਿ ਇਹਨਾਂ ਦੇ ਉੱਪਰ ਉਹ ਡਿਪੈਂਡੈਂਟ ਨਾ ਰਹਿਣ। ਸਰਪੰਚਾਂ ਦੇ ਜਿਹੜੇ ਪੋਲੀਟੀਕਲ ਲੀਡਰ ਹੈ, ਇਹਨਾਂ 'ਤੇ ਨਿਰਭਰਤਾ ਨਾ ਰਹੇ ਕਿਸੇ ਕਿਸਮ ਦੀ, ਉਹਨੂੰ ਚੱਕਣ ਦੀ ਲੋੜ ਹੈ। ਉਹਦਾ ਇਸ ਤਰ੍ਹਾਂ ਦਾ ਕੋਈ ਪੈਮਾਨਾ ਬਣਾਇਆ ਜਾਏ ਕਿ ਜਿਹੜਾ ਲੱਗਦਾ ਨਹੀਂ ਮੈਨੂੰ ਕਿ ਇਹ ਹੋਏਗਾ। ਸੈਕਿੰਡ ਇਹ ਹੈਗਾ ਨਰਿੰਦਰ, ਕਿ ਉਹਨਾਂ ਲਈ ਇੱਕ ਸਪੈਸੀਫਿਕ ਫੰਡ ਹੋਵੇ। ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਖਬਰਾਂ ਵੀ ਲਾਉਣੇ ਹੈਗੇ ਆ, ਤੁਸੀਂ ਵੀ ਨਿੱਤ ਦੇਖਦੇ ਹੋ ਪੰਜਾਬ ਦੀਆਂ ਖਬਰਾਂ, ਕਿ ਵਿਚਾਰੇ ਬਜ਼ੁਰਗਾਂ ਨੂੰ ਧਰਨੇ ਦੇ ਰਹੇ ਹੁੰਦੇ ਆ, ਮੁਜ਼ਾਹਰੇ ਕਰ ਰਹੇ ਹੁੰਦੇ ਨੇ, ਦਫ਼ਤਰਾਂ 'ਚ ਬੈਠੇ ਹੁੰਦੇ ਨੇ, ਕਿ ਉਹਨਾਂ ਨੂੰ ਟਾਈਮ ਸਿਰ ਪੈਨਸ਼ਨ ਨਹੀਂ ਮਿਲਦੀ। ਤਾਂ ਸਰਕਾਰਾਂ ਨੇ ਇੱਕ ਵਾਰੀ ਇਹ ਗੱਲ ਹੈਗੀ 2005 ਦੀ, ਉਦੋਂ ਸੁਰਿੰਦਰ ਸਿੰਘਲਾ ਵਿੱਤ ਮੰਤਰੀ ਹੁੰਦੇ ਸੀ ਪੰਜਾਬ ਦੇ, ਕੈਪਟਨ ਦੀ ਸਰਕਾਰ ਹੁੰਦੀ ਕਾਂਗਰਸ ਦੀ। ਤਾਂ ਇਹਨਾਂ ਨੇ ਇੱਕ ਡੈਡੀਕੇਟਡ ਸੋਸ਼ਲ ਸਿਕਿਉਰਿਟੀ ਫੰਡ ਕ੍ਰੀਏਟ ਕੀਤਾ ਸੀਗਾ ਕਿ 450 ਕਰੋੜ ਦਾ। ਉਹਦਾ ਮਤਲਬ ਇਹ ਸੀਗਾ ਕਿ ਅਸੀਂ ਮੀਂਹ ਆਵੇ ਹਨੇਰੀ ਆਵੇ, ਕਿ ਬਜ਼ੁਰਗਾਂ ਨੂੰ ਜਿਹੜੀ ਪੈਨਸ਼ਨ ਹੈ ਉਹ ਟਾਈਮਲੀ ਮਿਲਦੀ ਰਹੇ। ਉਸ ਤੋਂ ਬਾਅਦ ਫਿਰ ਉਹੀ ਵਰਤਾਰਾ ਰਿਹਾ, ਕਦੇ ਨਹੀਂ ਹੋਇਆ। ਹੁਣ 2018 'ਚ ਜਾ ਕੇ ਫਿਰ ਕੈਪਟਨ ਸਰਕਾਰ ਨੇ ਕਰਤਾ ਕਿ ਸੋਸ਼ਲ ਸਿਕਿਉਰਿਟੀ ਫੰਡ ਅਸੀਂ ਇੱਕ ਐਸਟੈਬਲਿਸ਼ ਕਰ ਰਹੇ ਹਾਂ ਕਿ ਬਜ਼ੁਰਗਾਂ ਨੂੰ ਕੋਈ ਦਿੱਕਤ ਨਹੀਂ ਆਏਗੀ। ਇਹ ਠੀਕ ਹੈ ਕਿ ਅੱਜ ਦੀ ਘੜੀ ਇਹ ਕਲੇਮ ਕਰ ਰਹੇ ਨੇ ਕਿ ਅਸੀਂ ਅਪ ਟੂ ਡੇਟ ਪੈਨਸ਼ਨਾਂ ਦੇ ਦਿੱਤੀਆਂ, ਪਰ ਥੋੜ੍ਹੇ ਟਾਈਮ ਬਾਅਦ ਹੁੰਦਾ ਇਹੀ ਹੈ ਕਿ ਜਦੋਂ ਵੀ ਕਿਸੇ ਚੀਜ਼ ਨੂੰ ਨਿਸ਼ਾਨੇ 'ਤੇ ਲੈਣਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਹੈ ਉਹਨਾਂ ਨੂੰ ਨਿਸ਼ਾਨੇ 'ਤੇ ਲਿਆ ਜਾਂਦਾ ਹੈ, ਉਹਨਾਂ ਨੂੰ ਦੀ ਬਲੀ ਦਿੱਤੀ ਜਾਂਦੀ। ਜਿਸ ਤਰ੍ਹਾਂ ਸਕਾਲਰਸ਼ਿਪ ਸਕੀਮ ਹੈਗੀ ਹੈ, ਉਹ ਵੀ ਕਿੰਨੇ ਟਾਈਮ ਤੋਂ ਖੂਹ ਖਾਤੇ ਪਈ ਹੋਈ ਹੈ। ਤਾਂ ਇਸ ਨੂੰ ਸਟ੍ਰੀਮਲਾਈਨ ਕਰਨ ਦੀ ਲੋੜ ਹੈ, ਅਤੇ ਸਾਡੇ ਨੇਤਾਵਾਂ ਨੂੰ ਚਾਹੀਦਾ ਕਿ ਇਸ ਨੂੰ ਸਾਡੇ ਬਜ਼ੁਰਗਾਂ 'ਚੋਂ, ਇਸ ਬੁਢਾਪੇ 'ਚੋਂ ਉਹ ਆਪਣੀਆਂ ਵੋਟਾਂ ਨਾ ਦੇਖਣ, ਕਿਉਂਕਿ ਬੁਢਾਪਾ ਇੱਕ ਸਾਡੇ ਸਮਾਜ ਦਾ ਸਰਮਾਇਆ ਹੈ, ਕਿ ਉਹ ਸਾਡੇ ਇੱਕ ਮਾਡਲ ਹੈ। ਉਹਨਾਂ ਦੀਆਂ ਬੜੀਆਂ ਕੁਰਬਾਨੀਆਂ ਨੇ, ਉਹਨਾਂ ਬਜ਼ੁਰਗਾਂ ਨੇ ਪਤਾ ਨਹੀਂ ਕਿੰਨੀਆਂ ਤੁਹਾਨੂੰ ਵੋਟਾਂ ਪਾ ਕੇ ਤੁਹਾਡੇ ਪਿਓ ਦਾਦੇ ਜਿਤਾਏ ਹੋਣਗੇ। ਅਤੇ ਹੁਣ ਖਾਸ ਕਰਕੇ ਸਾਡੇ ਜਿਹੜੇ ਵੱਡੇ ਬਾਦਲ ਸਾਹਿਬ ਹੈ, ਉਹਨਾਂ ਦੀ ਉਮਰ ਵੀ ਕਾਫੀ ਹੋ ਗਈ ਹੈ, ਅਤੇ ਕੈਪਟਨ ਅਮਰਿੰਦਰ ਸਿੰਘ ਵੀ ਕਾਫੀ ਉਮਰ ਦੇ ਨੇ। ਦੋਵੇਂ ਬਜ਼ੁਰਗ ਹੈ, ਇਹਨਾਂ ਬਜ਼ੁਰਗਾਂ ਦਾ ਖਿਆਲ ਰੱਖਣਾ ਚਾਹੀਦਾ। ਹਾਂ, ਘੱਟੋ ਘੱਟ ਹੁਣ ਮਤਲਬ ਜਾਣ ਵੇਲੇ ਘੱਟੋ ਘੱਟ ਇਹਨਾਂ ਨੂੰ ਮਤਲਬ ਇਸ ਉਮਰ 'ਚ ਜਾ ਕੇ, ਕਿਉਂਕਿ ਬਜ਼ੁਰਗ ਤਾਂ ਐਕਸਪੈਕਟ ਕਰਦੇ ਹੈਗੇ ਨਾ ਕਿ ਬਜ਼ੁਰਗ ਨੇ ਜੀ ਸਾਡੀ ਬਾਂਹ ਫੜਨਗੇ, ਵੀ ਹਾਣ ਨੂੰ ਹਾਣ ਪਿਆਰ ਹੈ, ਹਾਣ ਨੂੰ ਹਾਣ ਪਿਆਰ ਹੈ। ਅਤੇ ਘੱਟੋ ਘੱਟ ਇਹਨਾਂ ਨੂੰ ਹੁਣ ਇਹ ਪਹਿਚਾਣ ਕਰਨੀ ਚਾਹੀਦੀ ਹੈ ਕਿ ਜਿਹੜੇ ਐਕਚੁਅਲੀ ਬਜ਼ੁਰਗ ਨੇ ਉਹਨਾਂ ਦੀ ਬਾਂਹ ਫੜੀ ਜਾਵੇ, ਉਹਨਾਂ ਨੂੰ ਪੈਨਸ਼ਨ ਲਾਉਣ ਦਾ ਜਿਹੜਾ ਢੰਗ ਤਰੀਕਾ ਉਹ ਸਰਲ ਕੀਤਾ ਜਾਵੇ, ਅਤੇ ਉਹਨਾਂ ਨੂੰ ਪ੍ਰੋਪਰ ਟਾਈਮ ਸਿਰ ਪੈਨਸ਼ਨ ਮਿਲਦੀ ਰਹੇ, ਇਹ ਯਕੀਨੀ ਬਣਾਇਆ ਜਾਵੇ। ਤੁਹਾਨੂੰ ਲੱਗਦਾ ਇਹ ਸਾਰਾ ਕੁਝ ਹੋ ਜਾਊਗਾ? ਦੇਖੋ, ਜੇ ਤੁਹਾਡੀ ਵਿਲ ਪਾਵਰ ਹੈਗੀ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਹੈ। ਥੋੜ੍ਹਾ ਜਿਹਾ ਕਚੀਚੀ ਵੱਟਣੀ ਪੈਂਦੀ ਹੈ ਤੁਹਾਨੂੰ। ਚੀਜ਼ ਮੈਂ ਕਿਹਾ ਹੱਥ ਘੁੱਟੀ ਜਾਂਦੇ ਨੇ ਆਮ ਬੰਦੇ 'ਤੇ ਇਹ। ਨਹੀਂ, ਉਹ ਤਾਂ ਹੁਣ ਆਪਾਂ ਦੇਖ ਹੀ ਰਹੇ ਹਾਂ ਕਿ ਡੇ ਬਾਈ ਡੇ ਜਿਸ ਤਰ੍ਹਾਂ ਹੋ ਰਿਹਾ ਹੈਗਾ, ਅਤੇ ਸਾਰੇ ਤਬਕਿਆਂ ਨੂੰ ਮਾਰ ਪੈ ਰਹੀ ਹੈਗੀ ਹੈ। ਤਾਂ ਉਹਦੇ ਵਿੱਚ ਇਹ ਵੀ ਰਗੜੇ ਹੇਠ ਆ ਗਏ ਨੇ। ਤਾਂ ਸਰਕਾਰਾਂ ਦੀ ਇਹ ਤਾਂ ਉਹੀ ਬੁੱਝ ਸਕਦਾ, ਜਾਂ ਉੱਪਰਲਾ ਬੁੱਝ ਸਕਦਾ, ਜਾਂ ਸਰਕਾਰਾਂ ਬੁੱਝ ਸਕਦੀਆਂ। ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ।
ਦੋਸਤੋ, ਤੁਸੀਂ ਦੇਖਿਆ ਭੁੱਲਰ ਸਾਹਿਬ ਨੇ ਕੁਝ 'ਚ ਸਮੁੰਦਰ ਬੰਦ ਕਰਕੇ ਤੁਹਾਨੂੰ ਵੇਲੇ ਦੀ ਗੱਲ 'ਚ ਸਾਰੇ ਤੱਥਾਂ ਦੇ ਆਧਾਰ 'ਤੇ ਗੱਲ ਦੱਸੀ ਹੈ। ਹੁਣ ਇਹ 'ਤੇ ਵਿਚਾਰ ਤੁਸੀਂ ਕਰਨਾ ਹੈ, ਅਤੇ ਛੇਤੀ ਕਰਨਾ ਹੈ, ਇਹ ਤੋਂ ਪਹਿਲਾਂ ਕਿ ਕਵੇਲਾ ਹੋ ਜੇ। ਧੰਨਵਾਦ।